देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਆਪ ਹੀ ਕਾਨੂੰਨ ਦੇ ਜਨਮਦਾਤਾ ਹੋਣ, ਜਿਹੜਾ ਕਲੇਸ਼ ਸਾਰਾ ਛਿੜਿਆ ਹੋਇਆ ਹੁਣ, ਉਹ ਜਦੋਂ ਉਹਦਾ ਉਹ ਖਾਕਾ ਤਿਆਰ ਹੋ ਰਿਹਾ ਸੀ, ਜਿਹੜੇ ਉਹਦੇ ਵਿੱਚ ਹਿੱਸੇਦਾਰ ਸੀਗੇ, ਉਹ ਅੱਜ ਇਹ ਕਹਿਣ ਚੰਗਾ ਲੱਗਦਾ ਸਾਰੇ ਪੰਜਾਬ 'ਚੋਂ ਐਕਸਪੋਜ਼ ਹੋਏ ਪਏ ਆ, ਆਪਣੀ ਅੱਜ ਪੋਲੀਟੀਕਲ ਜ਼ਮੀਨ ਦੁਬਾਰਾ ਲੱਭਦੇ ਪਏ ਆ ਕਿਸੇ ਨਾ ਕਿਸੇ ਤਰੀਕੇ, ਵੀ ਕਿਤੇ ਸਾਨੂੰ ਜਗ੍ਹਾ ਮਿਲ ਜਾਏ, ਕੋਈ ਪੋਲੀਟਿਕਸ ਕਰ ਲਈਏ। ਵਿਧਾਨ ਸਭਾ ਦੀਆਂ ਕਾਰਵਾਈਆਂ ਉਹ ਜਦੋਂ ਪਾਸ ਹੁੰਦੀਆਂ ਜਦੇ ਚਲੇ ਜਾਂਦੀਆਂ। ਇਹ ਐਵੇਂ ਬੇਮਤਲਬੀ ਬਿਆਨਬਾਜ਼ੀ ਸੁਖਬੀਰ ਬਾਦਲ ਜੀ ਦੀ, ਬਿੱਲਾਂ ਦੀ ਐਗਜ਼ਿਸਟੈਂਸ 'ਚ ਉਹਨਾਂ ਦੀ ਭਾਈਵਾਲੀ ਸੀਗੀ, ਕਿਸਾਨਾਂ ਦਾ ਰੋਹ ਦੇ ਕੇ ਯੂ ਟਰਨ ਲੈ ਕੇ ਦੌੜ ਗਏ। ਅੱਜ ਬੀਜੇਪੀ ਵੀ ਉਹਨਾਂ ਨੂੰ ਅਟੈਕ ਕਰਦੀ ਹੈ ਵੀ ਤੁਸੀਂ ਤਾਂ ਬਣਾਉਣ ਵੇਲੇ ਵਿੱਚ ਸੀਗੇ, ਅੱਜ ਕਿਸ ਮੂੰਹ ਨਾਲ ਇਹਨੂੰ ਕਹਿ ਰਹੇ ਹੋ। ਜਿਹੜਾ ਅੰਡਰਕਰੰਟ ਫਿਨੋਮੀਨਾ ਹੈ, ਇਹ ਸਾਰੇ ਹਿੰਦੁਸਤਾਨ 'ਚ ਜਾਈ ਜਾ ਰਿਹਾ। ਇਹ ਮੋਦੀ ਸਰਕਾਰ ਦੀਆਂ ਜੜ੍ਹਾਂ ਉਖਾੜ ਕੇ ਰੱਖ ਦੇਗੀ ਜੇ ਕਿਸਾਨਾਂ ਦੀ ਗੱਲ ਉਹਨਾਂ ਨੇ ਸੁਣੀ ਨਾ। ਦਿੱਲੀ ਦੀ ਬਰੂਹਾਂ ਤੇ ਕਿਸਾਨ ਅੰਦੋਲਨ ਦਾ 1.5 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਤੇ ਲਗਾਤਾਰ ਕਿਸਾਨ ਜਿਹੜੇ ਨੇ ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਵਾਸਤੇ ਦਿੱਲੀ ਦੇ ਵੱਖ-ਵੱਖ ਬੋਰਡਰਾਂ ਉੱਤੇ ਡਟੇ ਹੋਏ ਨੇ। ਪਰ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਪੰਜਾਬ ਦੀ ਸਿਆਸਤ ਵੀ ਭਖਦੀ ਨਜ਼ਰ ਆ ਰਹੀ ਹੈ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੇ ਹਿਮਾਇਤੀ ਹੋਣ ਦਾ ਦਾਅਵਾ ਪੇਸ਼ ਕਰ ਰਹੀਆਂ ਨੇ ਤੇ ਦੂਜੀ ਪਾਰਟੀਆਂ ਦੇ ਉੱਤੇ ਲਗਾਤਾਰ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ। ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ। ਆਸ਼ੂ ਜੀ, ਸੁਖਬੀਰ ਬਾਦਲ ਵੱਲੋਂ ਪਰਸੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਬਿਆਨ ਦਿੱਤੇ ਗਏ ਤੇ ਸਿੱਧੇ ਜਿਹੜੇ ਹਮਲੇ ਨੇ ਕਾਂਗਰਸ ਪਾਰਟੀ ਦੇ ਉੱਤੇ ਕੀਤੇ ਗਏ ਨੇ ਤੇ ਉਹਨਾਂ ਦਾ ਸਿੱਧਾ ਕਹਿਣਾ ਹੈ ਕਿ ਕਾਂਗਰਸ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਅਮਿਤ ਸ਼ਾਹ ਦੇ ਰਿਮੋਟ ਦੇ ਉੱਤੇ ਚੱਲ ਰਹੀ ਹੈ, ਜਿਸ ਤਰ੍ਹਾਂ ਦੇ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਨੇ। ਜੋ ਆਪ ਹੀ ਕਾਨੂੰਨ ਦੇ ਜਨਮਦਾਤਾ ਹੋਣ, ਜਿਹੜਾ ਕਲੇਸ਼ ਸਾਰਾ ਛਿੜਿਆ ਹੋਇਆ ਹੁਣ, ਉਹ ਜਦੋਂ ਉਹਦਾ ਉਹ ਖਾਕਾ ਤਿਆਰ ਹੋ ਰਿਹਾ ਸੀ, ਜਿਹੜੇ ਉਹਦੇ ਵਿੱਚ ਹਿੱਸੇਦਾਰ ਸੀਗੇ, ਉਹ ਅੱਜ ਇਹ ਕਹਿਣ ਚੰਗਾ ਲੱਗਦਾ ਸਾਰੇ ਪੰਜਾਬ 'ਚੋਂ ਐਕਸਪੋਜ਼ ਹੋਏ ਪਏ ਆ, ਆਪਣੀ ਅੱਜ ਪੋਲੀਟੀਕਲ ਜ਼ਮੀਨ ਦੁਬਾਰਾ ਲੱਭਦੇ ਪਏ ਆ ਕਿਸੇ ਨਾ ਕਿਸੇ ਤਰੀਕੇ, ਵੀ ਕਿਤੇ ਸਾਨੂੰ ਜਗ੍ਹਾ ਮਿਲ ਜਾਏ, ਕੋਈ ਪੋਲੀਟਿਕਸ ਕਰ ਲਈਏ। ਤਾਂ ਉਹ ਇਹੋ ਜਿਹੀਆਂ ਗੱਲਾਂ ਕਰਦੇ ਪਏ ਆ, ਸਾਰੇ ਪੰਜਾਬ ਨੂੰ ਪਤਾ ਹੈ। ਠੀਕ ਹੈ, ਕੀ ਮਜਬੂਰੀ ਹੈ ਮੈਨੂੰ ਨਹੀਂ ਪਤਾ ਕਿਸਾਨ ਜਥੇਬੰਦੀਆਂ ਦੀ, ਪਰ ਆਮ ਕਿਸਾਨ ਜਾਣਦਾ ਵੀ ਜਦੋਂ ਇਹ ਆਰਡੀਨੈਂਸ ਇਸ਼ੂ ਹੋਏ, ਸਭ ਤੋਂ ਪਹਿਲਾਂ ਇਨੀਸ਼ੀਏਟਿਵ ਕਿਹਨੇ ਲਿੱਤਾ? ਕੈਪਟਨ ਅਮਰਿੰਦਰ ਸਿੰਘ ਜੀ ਨੇ ਇਨੀਸ਼ੀਏਟਿਵ ਲਿੱਤਾ। ਸਭ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ ਸੱਦੀ ਗਈ। ਉਸ ਮੀਟਿੰਗ ਦੇ ਵਿੱਚ ਸਾਰੀਆਂ ਪਾਰਟੀਆਂ ਇੱਕ ਪਾਸੇ ਇਕਜੁੱਟ ਸੀਗੀਆਂ। ਸਿਰਫ 2 ਪਾਰਟੀਆਂ ਸੀ ਜਿਨ੍ਹਾਂ ਨੇ ਇਸ ਜਿਹੜੇ ਆਰਡੀਨੈਂਸ ਸੀਗੇ ਉਹਨਾਂ ਦੀ ਹਮਾਇਤ ਕੀਤੀ ਸੀ, ਉਹ ਅਕਾਲੀ ਦਲ ਤੇ ਬੀਜੇਪੀ, ਦੋਨੋਂ ਭਾਈਵਾਲ ਪਾਰਟੀਆਂ। ਇਹ ਉਸ ਤੋਂ ਬਾਅਦ ਸਾਰੇ ਜਥੇਬੰਦੀਆਂ ਨਾਲ ਖੁੱਲੀ ਡਿਸਕਸ਼ਨ ਕੀਤੀ ਗਈ। ਉਸ ਤੋਂ ਬਾਅਦ ਜਿਸ ਤਰੀਕੇ ਸਾਰੀਆਂ ਜਥੇਬੰਦੀਆਂ ਨੇ ਕਿਹਾ ਉਸ ਤਰ੍ਹਾਂ ਮੂਵ ਬਣਾਏ ਗਏ। ਜੋ ਅਮੈਂਡਮੈਂਟਾਂ ਪੇਸ਼ ਕਰਨ ਨੂੰ ਉਹਨਾਂ ਵੱਲੋਂ ਸੁਜੈਸ਼ਨਸ ਆਏ, ਉਸੇ ਮੁਤਾਬਕ ਇਜਲਾਸ ਸੱਦਿਆ ਗਿਆ ਤੇ ਉਹਦੇ ਵਿੱਚ ਉਹ ਇਹ ਤਿੰਨੋਂ ਬਿੱਲਾਂ ਨੂੰ ਨਿਗੇਟ ਕਰਨ ਲਈ ਬਿੱਲ ਪਾਸ ਕੀਤੇ ਗਏ ਤੇ ਉਹ ਅੱਜ ਗਵਰਨਰ ਦੀ ਅਸੈਂਟ ਲਈ ਆ। ਠੀਕ ਹੈ, ਗਵਰਨਰ ਕਠਪੁਤਲੀ ਬਣੇ ਹੋਏ ਨੇ ਅੱਜ ਸੈਂਟਰ ਦੀ ਸਰਕਾਰ ਦੇ, ਉਹਨਾਂ ਨੇ ਅਸੈਂਟ ਨਹੀਂ ਦਿੱਤੀ, ਪਰ ਇੱਥੋਂ ਸਾਰਾ ਕੰਮ ਪਾਸ ਹੋ ਚੁੱਕਿਆ। ਅੱਗੋਂ ਵੀ ਅਸੀਂ ਇਹ ਕਾਨੂੰਨ ਲਾਗੂ ਨਾ ਹੋਣ ਉਹਦੇ ਵਾਸਤੇ ਹਰ ਉਪਰਾਲਾ, ਹਰ ਹੀਲਾ, ਹਰ ਵਸੀਲਾ ਇੱਥੇ ਵਰਤਾਂਗੇ। ਇਹ ਕਿਸਾਨਾਂ ਨੂੰ, ਜਦ ਤੱਕ ਕਿਸਾਨੀ ਜਿੰਦਾ ਹੈ ਪੰਜਾਬ ਦੇ ਵਿੱਚ, ਪੰਜਾਬ ਦੀ ਐਗਜ਼ਿਸਟੈਂਸ ਹੈ। ਸੁਖਬੀਰ ਬਾਦਲ ਕਹਿੰਦੇ ਨੇ ਕਿ ਕਾਂਗਰਸ ਜਿਹੜੀ ਹੈਗੀ ਪੰਜਾਬ ਦੇ ਵਿੱਚ ਡਬਲ ਫੇਸ ਰਾਜਨੀਤੀ ਖੇਡ ਰਹੀ ਹੈ। ਅਮੈਂਡਮੈਂਟ ਦੇ ਜਿਹੜੇ ਰੈਵੋਲੂਸ਼ਨ ਪਾਸ ਕੀਤੇ ਗਏ ਵਿਧਾਨ ਸਭਾ ਦੇ ਵਿੱਚ, ਉਹ ਗਵਰਨਰ ਨੂੰ ਭੇਜੇ ਤੱਕ ਨਹੀਂ। ਵਿਵੇਕ ਜੀ, ਉਹਨਾਂ ਨੂੰ ਸ਼ਾਇਦ ਪਤਾ ਨਹੀਂ ਜਿਹੜੀਆਂ ਵਿਧਾਨ ਸਭਾ ਦੀਆਂ ਕਾਰਵਾਈਆਂ ਉਹ ਜਦੋਂ ਪਾਸ ਹੁੰਦੀਆਂ ਜਦੇ ਚਲੇ ਜਾਂਦੀਆਂ। ਇਹ ਐਵੇਂ ਬੇਮਤਲਬੀ ਬਿਆਨਬਾਜ਼ੀ ਸੁਖਬੀਰ ਬਾਦਲ ਜੀ ਦੀ ਹੈ, ਔਰ ਖ਼ਾਸ ਤੌਰ 'ਤੇ ਇਸ ਵੇਲੇ ਤਾਂ ਉਹਨਾਂ ਨੂੰ ਡਿਸਕਸ ਕਰਨਾ ਹੀ ਬੇਮਾਨੀ ਹੈ, ਕਿਉਂਕਿ ਇਹ ਬਿੱਲਾਂ ਦੀ ਐਗਜ਼ਿਸਟੈਂਸ 'ਚ ਉਹਨਾਂ ਦੀ ਭਾਈਵਾਲੀ ਸੀਗੀ। ਕਿਸਾਨਾਂ ਦਾ ਰੋਹ ਦੇ ਕੇ ਯੂ ਟਰਨ ਲੈ ਕੇ ਦੌੜ ਗਏ। ਅੱਜ ਬੀਜੇਪੀ ਵੀ ਉਹਨਾਂ ਨੂੰ ਅਟੈਕ ਕਰਦੀ ਹੈ ਵੀ ਤੁਸੀਂ ਤਾਂ ਬਣਾਉਣ ਵੇਲੇ ਵਿੱਚ ਸੀਗੇ, ਅੱਜ ਕਿਸ ਮੂੰਹ ਨਾਲ ਇਹਨੂੰ ਕਹਿ ਰਹੇ ਹੋ। ਜਦੋਂ ਬਿੱਲ ਪਾਸ ਕੀਤੇ, ਸਾਰੇ ਉਹਨਾਂ ਦੇ ਆਪ ਦੇ ਪਾਰਟੀ ਲੀਡਰ ਨਾਲ ਜਾ ਕੇ ਸੀਐਮ ਸਾਹਿਬ ਦੇ ਉਹ ਬਿੱਲਾਂ ਨੂੰ ਗਵਰਨਰ ਨੂੰ ਹੈਂਡਓਵਰ ਕਰਕੇ ਆਏ, ਸਾਰੀ ਦੁਨੀਆ ਦੇ ਸਾਹਮਣੇ ਹੋਇਆ। ਹੁਣ ਕੀ ਇਹ ਅਵਾਤਵੀ ਬੋਲੀ ਜਾ ਰਹੇ ਆ? ਅੱਜ ਦੀ ਤਰੀਕ 'ਚ ਸਾਰਿਆਂ ਨੂੰ ਚਾਹੀਦਾ ਇਕਜੁੱਟ ਹੋ ਕੇ, ਬਗੈਰ ਕੋਈ ਪੋਲੀਟਿਕਸ ਕਰੇ। ਸਾਡੇ ਚੀਫ ਮਿਨਿਸਟਰ ਸਾਹਿਬ ਇੱਕ ਲਫ਼ਜ਼ ਨਹੀਂ ਇਹਦੇ 'ਤੇ ਕੋਈ ਪੋਲੀਟਿਕਸ ਵਾਲਾ ਕਰ ਰਹੇ, ਜੋ ਉਹਨਾਂ ਦਾ ਫਰਜ਼ ਬਣਦਾ ਉਹ ਨਿਭਾ ਰਹੇ ਆ। ਉਹਨਾਂ ਦਾ ਫਰਜ਼ ਹੈ ਕਿਸਾਨੀ ਨੂੰ ਬਚਾਉਣਾ, ਉਹ ਨਿਭਾ ਰਹੇ ਆ। ਉਹਨਾਂ ਦਾ ਫਰਜ਼ ਹੈ ਇੱਥੇ ਲਾਅ ਐਂਡ ਆਰਡਰ ਮੇਨਟੇਨ ਕਰਕੇ ਰੱਖਣਾ, ਉਹ ਨਿਭਾ ਰਹੇ ਆ। ਇਹ ਪੋਲੀਟਿਕਸ ਕਰਨਾ ਉਹਨਾਂ ਦੇ ਹਿੱਸੇ 'ਚ ਰਹਿ ਗਿਆ ਜਿਹੜੇ ਲੋਕਾਂ ਦੀ ਨਜ਼ਰਾਂ 'ਚੋਂ ਗਿਰ ਚੁੱਕੇ ਆ। ਅੱਜ ਆਪਣੀ ਜਿਹੜੀ ਜ਼ਮੀਨ ਹੈ, ਪੋਲੀਟੀਕਲ ਜ਼ਮੀਨ ਹੈ, ਉਹ ਉਹਨਾਂ ਦੇ ਥੱਲੋਂ ਦੀ ਨਿਕਲ ਚੁੱਕੀ ਹੈ। ਉਹਨੂੰ ਦੁਬਾਰਾ ਲੱਭਣ ਵਾਸਤੇ, ਜੋ ਦੁਬਾਰਾ
ਥੱਲੇ ਜ਼ਮੀਨ ਦੇ ਉੱਤੇ ਆਉਣ ਲਈ ਉਹ ਇਹੋ ਜਿਹੀ ਹਵਾ ਤੋਂ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਆਹ ਮਗਰ ਲਾਉਣ ਦੀ ਕੋਸ਼ਿਸ਼ ਕਰਦੇ, ਲੋਕਾਂ ਦੇ ਸਾਹਮਣੇ ਉਹ ਐਕਸਪੋਜ਼ ਹੋ ਗਏ। ਕਹਿੰਦੇ ਕਿ ਜਿਹੜੀ ਪੰਜਾਬ ਸਰਕਾਰ ਹੈ ਬੀਜੇਪੀ ਦੇ ਇਸ਼ਾਰੇ ਤੇ ਚੱਲ ਰਹੀ ਹੈ, ਕਿਸੇ ਦੇ ਘਰ ਗੋਹਾ ਸੁੱਟਣ ਵਾਲੇ ਦੇ ਉੱਤੇ 307 ਦਾ ਪਰਚਾ ਹੋ ਜਾਂਦਾ ਵਾ, ਜੇ ਕੋਈ ਕਿਸੇ ਲੀਡਰ ਦਾ ਪਿੰਡ ਵਾਲੇ ਬਾਈਕਾਟ ਕਰਦੇ ਆ ਉਹਦੇ ਤੇ ਦੇਸ਼ ਦਰੋਹ ਦਾ ਪਰਚਾ ਦਰਜ ਹੋ ਜਾਂਦਾ। ਇਹ ਦੱਸੋ ਅੱਜ ਤੱਕ ਪਹਿਲਾਂ ਕਿੱਥੇ ਹੁੰਦਾ ਸੀਗਾ ਜਿਹੜੀ ਹੁਣ ਪੰਜਾਬ ਸਰਕਾਰ ਬੀਜੇਪੀ ਦੇ ਇਸ਼ਾਰੇ ਤੇ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ? ਵਿਵੇਕ ਜੀ, ਬੇਈਮਾਨੀ ਗੱਲਾਂ ਦਾ ਕੋਈ ਜਵਾਬ ਹੁੰਦਾ? ਲਾਅ ਐਂਡ ਆਰਡਰ ਕੰਟਰੋਲ ਕਰਨਾ ਪੰਜਾਬ ਪੁਲਿਸ ਦਾ ਔਰ ਪੰਜਾਬ ਸਰਕਾਰ ਦਾ ਫਰਜ਼ ਹੈ। ਅਗਰ ਕੋਈ ਗਲਤ ਇੱਥੇ ਕੰਮ ਕਰੇਗਾ ਉਹਦੇ ਵਾਸਤੇ ਬਕਾਇਦਾ ਤੌਰ ਤੇ ਲਾਅ ਇਨਫੋਰਸ ਹੋਏਗਾ। ਕਿਸੇ ਨੇ ਗਲਤ ਪਰਚਾ ਰਜਿਸਟਰ ਕਰਿਆ ਤਾਂ ਉਹਦੇ ਤੇ SIT ਬਣਾ ਕੇ ਜਦੇ ਦੀ ਜਦੇ ਪਰਚੇ ਵਾਪਸ ਕੀਤੇ ਗਏ, ਤੇ ਨਾਲ ਦੀ ਨਾਲ ਜਿਹੜੇ ਬੰਦੇ ਨੇ ਗਲਤ ਪਰਚਾ ਦਰਜ ਕਰਿਆ ਸੀਗਾ ਉਹਨਾਂ ਨੂੰ ਸਸਪੈਂਡ ਵਗੈਰਾ ਵੀ ਕੀਤਾ ਗਿਆ। ਇਹਨਾਂ ਨੂੰ ਐਵੇਂ ਹੀ ਹੁਣ ਬਿਆਨਬਾਜ਼ੀ ਦੇ ਕੇ ਮਾਨਸਾ, ਬਠਿੰਡਾ, ਹਰ ਜਗ੍ਹਾ ਤੋਂ ਤਾਂ ਸਟੇਜਾਂ ਛੱਡ ਕੇ ਜਾ ਰਹੇ ਆ ਅਕਾਲੀ ਦਲ ਵਾਲੇ, ਵਿਚਾਰੇ ਘਰਾਂ 'ਚ ਬੈਠ ਕੇ ਤੁਹਾਡੇ ਮਾਧਿਅਮ ਰਾਹੀਂ ਇਹ ਜੀ ਝੂਠ ਤੂਫਾਨ ਬੋਲਣ ਲੱਗੇ ਹੋਏ ਆ। ਲੋਕਾਂ ਦੇ ਕੋਲੇ ਆਪਣੀ ਜ਼ਮੀਨ ਖੋ ਚੁੱਕੇ ਆ। ਅੱਜ ਦੀ ਤਰੀਕ 'ਚ ਸੁਖਬੀਰ ਬਾਦਲ ਜਾਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਜੋ ਸਿੰਘੂ ਬਾਰਡਰ ਤੇ ਹੋ ਰਿਹਾ ਉਹਨਾਂ ਦੀ ਆਵਾਜ਼ ਬੁਲੰਦ ਕਰਨ ਦਾ ਟਾਈਮ ਹੈ, ਤਾਂ ਕਿ ਸੈਂਟਰ ਨੂੰ ਥੋੜਾ ਜਿਹਾ ਸੁਰਤ ਆਵੇ। ਜਿਹੜੇ ਵਾਜਬ ਡਿਮਾਂਡ ਲੈ ਕੇ ਇੰਨੇ ਮਹੀਨਿਆਂ ਤੋਂ ਇੱਕ ਪ੍ਰੋਟੈਸਟ ਚੱਲਦਾ ਪਿਆ, ਇੱਕ ਸੱਤਿਆਗ੍ਰਹਿ ਚੱਲਦਾ ਪਿਆ, ਉਹਦੇ ਵਾਸਤੇ ਖੁੱਲੇ ਦਿਲ ਨਾਲ ਉਹਨਾਂ ਦੀ ਗੱਲ ਸੁਣਨ ਤੇ ਇਹ ਜਿੰਨੇ 3 ਲਾਜ਼ ਨੇ ਇਹਨਾਂ ਨੂੰ ਰਿਪੀਲ ਕਰਨ, ਉਸ ਤੋਂ ਬਾਅਦ ਡਿਸਕਸ਼ਨ ਕਰਨ, ਜੋ ਮਰਜ਼ੀ ਕਰਦੇ ਰਹਿਣ। ਬੀਜੇਪੀ ਵਾਲੇ ਵੀ ਕਹਿ ਰਹੇ ਨੇ ਕਿ ਜਿਹੜਾ ਸਭ ਕੁਝ ਹੋ ਰਿਹਾ ਵਾ ਕਿਸਾਨਾਂ ਦਾ ਵਿਰੋਧ ਨਹੀਂ ਹੈ, ਕਿਸਾਨ ਵਿਰੋਧ ਕਰਨ ਸਾਨੂੰ ਮਨਜ਼ੂਰ ਹੈ, ਕਿਸਾਨਾਂ ਦਾ ਵਿਰੋਧ ਅਸੀਂ ਸਹਿਣ ਕਰਨ ਨੂੰ ਵੀ ਤਿਆਰ ਆ, ਪਰ ਇਹ ਸਾਰੇ ਕਾਂਗਰਸ ਦੇ ਪ੍ਰਯੋਜਿਤ ਸਭ ਕੁਝ ਵਿਰੋਧ ਹੋ ਰਹੇ ਨੇ। ਤੇ ਜਿਹੜਾ ਪਿਛਲੇ ਤੀਕਸ਼ਣ ਸੂਦ ਦੇ ਘਰ ਹੋਇਆ ਉਹ ਵੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਸਭ ਕੁਝ ਹੋਇਆ, ਜਿੱਥੋਂ ਲੱਗਦਾ ਕਿ ਕਾਂਗਰਸ ਇਹ ਸਾਰੇ ਵਿਰੋਧ ਪ੍ਰਦਰਸ਼ਨਾਂ ਦੇ ਪਿੱਛੇ ਕਾਂਗਰਸ ਦਾ ਹੱਥ ਹੈ। ਮੈਨੂੰ ਲੱਗਦਾ ਹੈ ਵਿਵੇਕ ਜੀ, ਤੁਸੀਂ ਇੰਨੇ ਦਿਨ ਸਿੰਘੂ ਬਾਰਡਰ ਤੇ ਰਹਿ ਕੇ ਆਏ ਹੋ ਤੇ ਤੁਹਾਨੂੰ ਉੱਥੇ ਬੈਠ ਕੇ ਇਕੱਲਾ ਤੀਕਸ਼ਣ ਸੂਦ ਦਾ ਹੀ ਫਿਕਰ ਰਿਹਾ। ਅਗਰ ਅੱਜ ਦੀ ਤਰੀਕ ਦੇ ਵਿੱਚ ਜਦੋਂ ਬਾਹਰ ਮੈਨੂੰ ਪੁੱਛਿਆ ਜਾ ਰਿਹਾ ਸੀ ਤੁਹਾਡੇ ਚੈਨਲ ਰਾਹੀਂ ਵੀ ਜਲੰਧਰ ਦੇ ਵਿੱਚ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ, ਇਹ ਵਿਰੋਧ ਕਿੱਥੇ ਨਹੀਂ ਹੋ ਰਿਹਾ? ਤੁਸੀਂ ਹੁਣੇ ਹੀ ਪਤਾ ਕਰੋ ਕਰਨਾਲ 'ਚ ਹੋਇਆ ਕੀ ਹੈ। ਮੁੱਖ ਮੰਤਰੀ ਦਾ ਹੈਲੀਪੈਡ ਪੱਟਤਾ ਲੋਕਾਂ ਨੇ, ਉੱਥੇ ਵੀ ਕਾਂਗਰਸ ਹੈ। ਉਹ ਚੀਫ ਮਿਨਿਸਟਰ ਨੂੰ ਉਹਨਾਂ ਦੇ ਵਿੱਚ ਕਿਸਾਨਾਂ ਨੇ ਆਪਣੇ ਸੂਬੇ ਦੇ ਵਿੱਚ ਨਿਕਲਣਾ ਬਾਹਰ ਬੰਦ ਕਰਤਾ। ਜਦੋਂ ਅੰਬਾਲਿਓਂ ਨਿਕਲਦਾ ਸੀ ਉਹਦੀ ਕਾਰ ਉੱਥੇ ਡੱਕ ਲਈ ਉਹਨਾਂ ਨੇ। ਅੱਜ ਉੱਥੇ ਮਹਾਪੰਚਾਇਤ ਦੇ ਨਾਲ ਮੀਟਿੰਗ ਕਰਨ ਜਾ ਰਹੇ ਸੀਗੇ, ਸਾਰੇ ਦੇ ਸਾਰੇ ਉਹਨਾਂ ਦੇ ਬੀਜੇਪੀ ਦੇ ਮੰਤਰੀ ਔਰ ਜਿਹੜੇ ਲੀਡਰ ਸਨ ਉੱਥੋਂ ਭੱਜ ਗਏ ਕਰਨਾਲ ਤੋਂ। ਤੁਸੀਂ ਹੁਣ ਦੇਖ ਲਓ, ਇਹ ਇਕੱਲਾ ਪੰਜਾਬ 'ਚ ਹੋ ਰਿਹਾ। ਇਹ ਤਾਂ ਤੁਸੀਂ ਉੱਥੇ ਰਹਿ ਕੇ ਆਏ ਹੋ, ਮੈਨੂੰ ਦੱਸੋ ਵੀ ਸਿੰਘੂ ਬਾਰਡਰ ਦੇ ਉੱਤੇ ਜੈਮਰ ਲੱਗੇ ਹੋਏ ਆ ਕਿ ਨਹੀਂ? ਕਿਉਂ ਲੱਗੇ ਹੋਏ ਆ? ਕਿਉਂਕਿ ਉਹਨਾਂ ਦੀ ਆਵਾਜ਼ ਦਬਾਈ ਜਾਵੇ, ਕਿਤੇ ਬਾਹਰ ਹਿੰਦੁਸਤਾਨ ਨੂੰ ਪਤਾ ਨਾ ਲੱਗ ਜਾਏ ਵੀ ਉਹਨਾਂ ਨੂੰ ਕਿਸ ਤਰੀਕੇ ਉੱਥੇ ਇੰਨੇ ਠੰਡ ਦੇ ਵਿੱਚ ਪ੍ਰੋਟੈਸਟ ਕਰਨਾ ਪੈ ਰਿਹਾ ਤੇ ਇਹ ਵੱਡਾ ਰੂਪ ਨਾ ਲੈ ਰਹੇ। ਪਰ ਇਹ ਹੌਲੀ ਹੌਲੀ ਜਿਹੜਾ ਅੰਡਰਕਰੰਟ ਫਿਨੋਮੀਨਾ ਹੈ ਇਹ ਸਾਰੇ ਹਿੰਦੁਸਤਾਨ 'ਚ ਜਾਈ ਜਾ ਰਿਹਾ। ਇਹ ਮੋਦੀ ਸਰਕਾਰ ਦੀਆਂ ਜੜ੍ਹਾਂ ਉਖਾੜ ਕੇ ਰੱਖ ਦੇਗੀ ਜੇ ਕਿਸਾਨਾਂ ਦੀ ਗੱਲ ਉਹਨਾਂ ਨੇ ਸੁਣੀ ਨਾ ਤਾਂ। ਮੇਰਾ ਲਾਸਟ ਕੁਐਸਚਨ ਹੈ, ਇੱਕ ਉਹਨਾਂ ਨੇ ਚੈਲੰਜ ਕੀਤਾ ਸਰਕਾਰ ਨੂੰ, ਸੁਖਬੀਰ ਬਾਦਲ ਨੇ ਪਰਸੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਿ 2017 ਤੇ 2019 ਦੇ ਵਿੱਚ ਜਦੋਂ ਮੈਨੀਫੈਸਟੋ ਤੁਸੀਂ ਰਿਲੀਜ਼ ਕੀਤਾ ਉਹਦੇ ਵਿੱਚ ਕਿਹਾ ਸੀਗਾ ਕਿ ਇਹ ਖੇਤੀ ਸੁਧਾਰ ਕਾਨੂੰਨਾਂ ਦਾ ਜ਼ਿਕਰ ਸੀਗਾ ਤੇ APMC ਮੰਡੀਆਂ ਨੂੰ ਰੱਦ ਕਰਨ ਦਾ ਤੁਸੀਂ ਉਹਦੇ ਤੇ ਪ੍ਰਸਤਾਵ ਰੱਖਿਆ ਸੀ ਮੈਨੀਫੈਸਟੋ ਵਿੱਚ। ਉਹ ਕਹਿੰਦੇ ਨੇ ਕਿ ਮੈਨੀਫੈਸਟੋ ਦੁਆਰਾ ਪੇਸ਼ ਕੀਤਾ ਜਾਵੇ, ਜੇ ਮੈਂ ਕੁਝ ਗਲਤ ਹੋਵਾਂ ਤੇ ਮੈਂ ਸਰਕਾਰ ਨੂੰ ਚੈਲੰਜ ਕਰਦਾ ਹਾਂ। ਉਹਨਾਂ ਨੇ ਜਿਸ ਦਿਨ ਆਰਡੀਨੈਂਸ ਇਸ਼ੂ ਹੋਏ ਸੀ ਉਦੋਂ ਵੀ ਇਹੀ ਗੱਲ ਕਹੀ ਸੀ ਆਲ ਪਾਰਟੀ ਮੀਟਿੰਗ 'ਚ, ਤੇ CM ਸਾਹਿਬ ਨੇ ਬਿਲਕੁਲ ਉਹਨੂੰ ਨਕਾਰ ਕੇ ਰੱਖ ਦਿੱਤਾ ਸੀਗਾ। ਜਿਹੜੀ ਪਾਰਟੀ ਅਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਲੜਾਈ ਲੜਦੀ ਰਹੇ, ਫੈਡਰਲ ਸਿਸਟਮ ਦੇ ਹੱਕ 'ਚ ਲੜਦੀ ਰਹੇ, ਸੂਬਿਆਂ ਦੀ ਖੁਦ ਮੁਖਤਿਆਰੀ ਦੇ ਹੱਕ 'ਚ ਲੜਦੀ ਰਹੀ ਹੋਵੇ, ਉਹ ਅੱਜ ਐਗਰੀਕਲਚਰ ਸਬਜੈਕਟ ਆ, ਐਗਰੀਕਲਚਰ ਮਾਰਕੀਟਿੰਗ ਸਬਜੈਕਟ ਸਟੇਟ ਸਬਜੈਕਟ ਹੈ, ਉਹਦੇ ਤੇ ਉਹਨਾਂ ਦੀ ਬੀਵੀ ਸੈਂਟਰ ਗਵਰਨਮੈਂਟ 'ਚ ਵਜ਼ੀਰ ਹੈ, ਇਸ ਕਰਕੇ ਉਹਦੇ ਤੇ ਕਾਨੂੰਨ ਪਾਸ ਹੋ ਜਾਣ। ਅੱਜ ਲੜਾਈ ਸੈਂਟਰ ਦੇ ਸਾਰੇ ਵਜ਼ੀਰ ਕਹਿ ਰਹੇ ਆ ਵੀ ਤੁਸੀਂ ਮਜਬੂਨ ਛੱਡ ਕੇ ਸਾਰੇ ਦਾ ਸਾਰਾ ਥੱਲੋਂ ਢਾਂਚਾ ਬਦਲ ਦਿਓ, ਅਸੀਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਆ, ਅਸੀਂ ਇਹਨਾਂ ਇਨਇਫੈਕਟਿਵ ਕਰ ਦਿਓ, ਇਹੋ ਜਿਹੀ ਲੈਂਗੁਏਜ ਲਿਖ ਦਿਓ। ਸਾਰੇ ਕਿਸਾਨ ਜਥੇਬੰਦੀਆਂ ਨੂੰ ਕਹਿ ਰਹੇ ਕਿ ਨਹੀਂ ਕਹਿ ਰਹੇ? ਪਰ ਕਿਸਾਨ ਕਿਸ ਗੱਲ ਤੇ ਲੜੇ ਹੋਏ ਆ ਵੀ ਅਸੀਂ ਸਾਡੀ ਲੜਾਈ ਆ ਉੱਪਰਲੇ ਹੈਡਿੰਗਸ ਦੀ ਹੈ। ਜਿਹੜੇ ਤੁਸੀਂ ਕਾਨੂੰਨ ਬਣਾਏ ਨੇ, ਜਿਹੜੇ ਕਾਨੂੰਨ ਤੁਸੀਂ ਕਮਰਸ ਦੇ ਵਿੱਚੋਂ ਦੀ ਲਿਆ ਕੇ ਸਟੇਟ ਦੇ ਐਗਰੀਕਲਚਰ ਦੇ ਉੱਤੇ ਕਾਨੂੰਨ ਬਣਾ ਦਿੱਤੇ, ਇਹੀ ਬਿਲਕੁਲ ਗਲਤ ਹੈ। ਜਿਹਦੇ ਤੇ ਫੈਡਰਲ ਢਾਂਚਾ ਸਾਡਾ ਸੰਵਿਧਾਨਕ ਢਾਂਚਾ ਖਤਮ ਹੁੰਦਾ ਹੈ, ਅਸੀਂ ਉਹ ਲੜਾਈ ਲੜਦੇ ਪਏ ਹਾਂ। ਇਹ ਕਾਨੂੰਨ ਜਿਹੜੇ ਨੇ ਇਹ ਸਟੇਟ ਦੇ ਦਾਇਰੇ 'ਚ ਆਉਂਦੇ, ਸਟੇਟ ਬਣਾਵੇ। ਸਟੇਟ ਅਗਰ ਮੈਨੀਫੈਸਟੋ 'ਚ ਕੁਝ ਲਿਖੇਗਾ, ਸਟੇਟ ਹਮੇਸ਼ਾ ਗੱਲਬਾਤ ਕਰਕੇ ਕਿਸਾਨਾਂ ਦੇ ਹੱਕ 'ਚ ਫੈਸਲੇ ਕਰਦੀ ਆ ਰਹੀ। ਮੈਨੂੰ ਨਹੀਂ ਪਤਾ ਸੁਖਬੀਰ ਜੀ ਕੀ ਭਟਕਾਉਣ ਦੀ ਕੋਸ਼ਿਸ਼ ਕਰਦੇ ਆ। ਸੁਖਬੀਰ ਜੀ ਨੂੰ ਆਖੋ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਉਹ ਸਾਰੇ ਪੋਸਟ ਗ੍ਰੈਜੂਏਟ ਨੇ, ਨਾ ਉਹ
ਕੈਪਟਨ ਅਮਰਿੰਦਰ ਸਿੰਘ ਜੀ ਦੇ ਕਹੇ ਬੇਵਕੂਫ ਬਣਨ ਵਾਲੇ, ਨਾ ਇਹਨਾਂ ਦੇ ਕਹੇ ਭਟਕਣ ਲੱਗੇ ਆਪਣੀਆਂ ਗੱਲਾਂ ਤੋਂ। ਉਹਨਾਂ ਨੂੰ ਪਤਾ ਆ ਕਿਹਨੇ ਕੀ ਕੀਤਾ। ਅੱਜ ਤੁਸੀਂ ਐਕਸਪੋਜ਼ ਹੋ ਗਏ ਹੋ। ਇਹ ਸਾਰੀ ਜਿਹੜਾ ਕਲੇਸ਼ ਦੀ ਜੜ ਤੁਸੀਂ ਹੋ। ਜੇ ਉਸੇ ਵੇਲੇ ਜਦੋਂ ਇਹ ਆਰਡੀਨੈਂਸ ਬਣ ਰਹੇ ਸੀ, ਤੁਸੀਂ ਜਦੋਂ ਹਿੱਸਾ ਸੀਗੇ, ਉਦੋਂ ਹੀ ਨਿਕਲਦੇ ਬਾਹਰ। ਤੁਸੀਂ 2 ਮਹੀਨੇ ਇਹਦੀ ਪੈਰੋਕਾਰੀ ਕਰਦੇ ਰਹੇ। ਜਦੋਂ ਪਤਾ ਚੱਲਿਆ ਵੀ ਕਿਸਾਨਾਂ ਦਾ ਰੋਹ ਇੰਨਾ ਜ਼ਿਆਦਾ, ਉਸ ਤੋਂ ਬਾਅਦ ਯੂ ਟਰਨ ਲੈ ਕੇ ਜੀ ਅਸੀਂ ਛੱਡਦੇ ਹਾਂ, ਤੇ ਉਹ ਚੀਚੀ ਉਂਗਲ ਤੇ ਮੜ ਜਾ ਚੀਰਾ ਮਾਰ ਕੇ ਤੇ ਸ਼ਹੀਦ ਬਣਨ ਵਾਲੀ ਗੱਲ ਕਰਨ ਲੱਗੇ ਹੋ। ਤੁਸੀਂ ਐਕਸਪੋਜ਼ ਹੋ ਚੁੱਕੇ ਹੋ। ਬਿਲਕੁਲ ਲੋਕਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ। ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹੁਣ 46ਵਾਂ ਦਿਨ ਹੈ ਅੱਜ ਅੰਦੋਲਨ ਦਾ, ਤੇ ਕਿਸਾਨ ਜਿਹੜੇ ਲਗਾਤਾਰ ਡਟੇ ਹੋਏ ਨੇ, ਅੰਦੋਲਨ ਨੂੰ ਕਿਸ ਦੇਖਦੇ ਹੋ ਰੂਪਰੇਖਾ ਨੂੰ? ਇਹ ਅੰਦੋਲਨ ਆਪਣੇ ਰੂਪ 'ਚ ਐਜ਼ ਮੰਤਰੀ ਮੇਰੀ ਸੋਚ ਹੈ, ਉਹਨਾਂ ਨੂੰ ਹੋ ਸਕਦਾ ਮੇਰੀ ਜਿਹੜੀ ਮੇਰੀ ਸੋਲੀਡੈਰਿਟੀ ਹੈ ਉਹਨਾਂ ਦੇ ਮਗਰ ਸ਼ਾਇਦ ਨਾ ਸੂਟ ਕਰਦੀ ਹੋਵੇ, ਪਰ ਮੈਂ ਵੀ ਕਿਤੇ ਨਾ ਕਿਤੇ ਕਿਸਾਨ ਹਾਂ। ਮੇਰੀ ਆਪ ਦੀ ਜ਼ਮੀਨ ਹੈ, ਮੈਂ ਆਪ ਮੱਝਾਂ ਚਰਾਉਣ ਵਾਲਾ ਬੰਦਾ ਹਾਂ। ਮੇਰੀ ਉਹਨਾਂ ਕਿਸਾਨਾਂ ਨੂੰ ਪੂਰੀ ਸਪੋਰਟ ਆ। ਉਹ ਕਹਿੰਦੇ ਨੇ ਕਿ ਪੰਜਾਬ ਦੇ ਆਈਜੀ ਤੇ ਐਸਐਸਪੀ ਮੀਟਿੰਗਾਂ ਦੇ ਵਿੱਚ ਬੇਕਾਰ ਦੀਆਂ ਗੱਲਾਂ ਜੀ ਬਿਲਕੁਲ। ਅਸੀਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਸੁਖਬੀਰ ਬਾਦਲ ਬੇਚਾਨੀਆਂ ਗੱਲਾਂ ਕਰ ਰਹੇ ਨੇ, ਕਿਉਂਕਿ ਉਹਨਾਂ ਦੀ ਪੰਜਾਬ ਦੇ ਵਿੱਚ ਆਪਣੀ ਜਿਹੜੀ ਹੈ ਜ਼ਮੀਨ ਖਤਮ ਹੋ ਚੁੱਕੀ ਹੈ, ਤੇ ਆਪਣੀ ਖੋਈ ਜ਼ਮੀਨ ਨੂੰ ਵਾਪਸ ਹਾਸਲ ਕਰਨ ਵਾਸਤੇ ਇਸ ਤਰ੍ਹਾਂ ਦੀ ਬੇਤੁਕੀ ਬਿਆਨਬਾਜ਼ੀ ਸੁਖਬੀਰ ਬਾਦਲ ਅਤੇ ਅਕਾਲੀ ਦਲ ਕਰਦਾ ਨਜ਼ਰ ਆ ਰਿਹਾ ਵਾ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।